ਚਲੋ ਜੀ ਹੁਣ ਰਿਕਾਰਡ ਲਿਆ ਆਪਾਂ ਅੱਜ ਵਾਲਾ ਐਸੇ ਜਿਹੜਾ ਸੀਗਾ ਜੀ ਮਾਰਨਿੰਗ ਸਲੋਟ ਵਾਲਾ। ਮਾਰਨਿੰਗ ਸਲੋਟ ਵਾਲਾ ਤੁਹਾਡੀ ਸਕਰੀਨ ਦੇ ਸਾਹਮਣੇ ਸ਼ੋ ਹੋ ਰਿਹਾ ਜੀ ਸਾਰਿਆਂ ਨੂੰ? ਯੈਸ ਔਰ ਨੋ? ਹਾਂਜੀ ਓਕੇ ਸਰ। ਜੀ। ਤੇ ਮਾਰਨਿੰਗ ਸਲੋਟ ਤੋਂ ਵੀ ਜ਼ਿਆਦਾ ਔਖਾ, ਸੌਰੀ ਸ਼ਾਮ ਵਾਲੀ ਸਲੋਟ ਤੋਂ ਵੀ ਜ਼ਿਆਦਾ ਔਖਾ ਸੀਗਾ ਮਾਰਨਿੰਗ ਸਲੋਟ ਵਾਲਾ ਐਸੇ। ਵੈਸੇ ਤਾਂ ਪਹਿਲੀ ਸਲੋਟ ਵਾਲਾ ਵੀ ਔਖਾ ਸੀ ਕਾਫੀ ਜ਼ਿਆਦਾ। ਉੱਥੇ ਬੱਚੇ ਥੋੜੇ ਮੋਟੇ ਉੱਥੇ ਹੋਣਗੇ ਜਿਹੜੇ ਡਰ ਗਏ ਹੋਣਗੇ, ਪੈਨਿਕ ਹੋਏ ਹੋਣਗੇ। ਤੇ ਤੁਸੀਂ ਇਹ ਚੀਜ਼ ਨੋਟ ਕਰਿਓ ਟਾਸਕ ਤੋਂ ਬਾਹਰ ਵਾਲੀ ਵੀ ਚੀਜ਼ ਸ਼ਾਇਦ ਹੋ ਸਕਦੀ ਕਈ ਬੱਚਿਆਂ ਨਾਲ। ਮੈਂ ਤੁਹਾਨੂੰ ਮਿਊਟ ਤੇ ਕਰਨ ਲੱਗਾ ਜੀ, ਬੋਲ ਰਹੇ ਹੋ ਤੁਸੀਂ। ਤੇ ਜਿਹੜੀ ਆਪਣਾ ਮਾਰਨਿੰਗ ਸਲੋਟ ਵਾਲਾ ਐਸੇ ਸੀਗਾ ਜੀ ਉਹ ਆਹ ਵਾਲਾ ਸੀਗਾ ਜੀ। ਇਹ ਚ ਕੀ ਕਹਿੰਦੇ ਆ ਜੀ? ਇਹਦੇ ਚ ਕਹਿ ਰਹੇ ਆ ਜੀ, ਹਾਂਜੀ ਇਹਦੇ ਚ ਇਹਨਾਂ ਨੇ ਆਪਾਂ ਨੂੰ ਕਿਹਾ ਜੀ ਮਿਊਜ਼ਿਕ ਆ ਜਿਹੜਾ ਹੈਜ਼ ਬੀਨ, ਪਹਿਲਾਂ ਤਾਂ ਇਹਦਾ ਮਤਲਬ ਦੇਖੋ, ਰਹਿ ਚੁੱਕਾ ਵਾ। ਨੋਟ ਕਰ ਲਓ ਸਾਰਿਆਂ ਨੇ ਜੀ, ਹੈਜ਼ ਬੀਨ ਹਮੇਸ਼ਾ ਯਾਦ ਰੱਖਿਓ। ਜਦੋਂ ਹੈਜ਼ ਬੀਨ ਤੋਂ ਬਾਅਦ ਚੋਂ ਕੋਈ ਵਰਬ ਵੁਰਬ ਹੋਰ ਨਾ ਆਵੇ, ਬਲਕਿ ਇੱਥੇ ਖਤਮ ਹੋ ਜਾਵੇ, ਗਾਂ ਕੋਈ ਹੋਰ ਸੈਂਟੈਂਸ ਜਾਂ ਕੋਈ ਹੋਰ ਚੀਜ਼ ਸਟਾਰਟ ਹੋ ਜਾਵੇ, ਤਾਂ ਉੱਥੋਂ ਉਦੋਂ ਹੈਜ਼ ਬੀਨ ਦਾ ਮਤਲਬ ਕੀ ਹੁੰਦਾ? ਹੋ ਚੁੱਕਾ, ਰਹਿ ਚੁੱਕਾ, ਹੋ ਚੁੱਕਾ, ਚੀਜ਼ ਹੈਪਨ ਹੋ ਚੁੱਕੀ ਆ, ਡਨ ਹੋ ਚੁੱਕੀ ਆ। ਠੀਕ ਹੈ ਜੀ। ਕਹਿੰਦੇ ਜੀ ਮਿਊਜ਼ਿਕ ਰਹਿ ਚੁੱਕਿਆ ਵਾ ਐਂਡ ਤੇ ਰਹੂਗਾ ਵੀ। ਜੇ ਮੈਂ ਦੀ ਜ਼ਿਆਦਾਤਰ ਬੱਚਿਆਂ ਨੂੰ ਸਰ ਕੀ ਹੋਣਾ ਉੱਤੇ ਫਾਈਨਲ ਚ, ਮੈਂ ਤੁਹਾਨੂੰ ਹਮੇਸ਼ਾ, ਜੇ ਤੁਸੀਂ ਮੇਰੀਆਂ YouTube ਤੇ ਵੀਡੀਓਜ਼ ਦੇਖੀਆਂ ਹੋਣ ਨਾ ਕਦੇ ਧਿਆਨ ਨਾਲ, ਤਾਂ ਮੈਂ ਤੁਹਾਨੂੰ ਇੱਕ ਹੀ ਚੀਜ਼ ਕਹਿਣਾ ਹੁੰਨਾ, ਮੈਂ ਤੁਹਾਨੂੰ ਅਨਮਿਊਟ ਕਰੂੰਗਾ ਜੇ ਜਿਨ੍ਹਾਂ ਨੇ ਉਹ ਮੇਰੀ ਵੀਡੀਓ ਦੇਖੀ ਆ। ਮੈਂ ਇੱਕ ਪਿੱਛੇ ਜੇ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਮੈਂ ਕਿਹਾ ਸੀ ਕਿ ਤੁਹਾਨੂੰ ਕਈ ਵਾਰੀ ਸਾਲ ਡੇਢ ਸਾਲ ਹੋ ਗਿਆ, ਬਟ ਹੁਣ ਤੱਕ ਬੱਚਿਆਂ ਨੂੰ ਇਹੀ ਨਹੀਂ ਪਤਾ ਲੱਗਿਆ ਕਿ ਹੈਜ਼ ਬੀਨ ਹੋ ਗਿਆ, ਬੀਇੰਗ ਹੋ ਗਿਆ, ਬੀ ਹੋ ਗਿਆ, ਇਹ ਚੀਜ਼ਾਂ ਕਿੱਥੇ ਯੂਜ਼ ਹੁੰਦੀਆਂ। ਤੇ ਮੈਂ ਉਹ ਵੀਡੀਓ ਚ ਕਿਹਾ ਸੀ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਤੁਹਾਨੂੰ ਜਾ ਕੇ ਧੋਖਾ ਦੇ ਸਕਦੀਆਂ ਵਾ, ਇਹਨਾਂ ਨੂੰ ਲਾਈਟਲੀ ਨਾ ਲਓ। ਜਿਹੜਾ ਅੱਜ ਵਾਲਾ ਐਸੇ ਸੀਗਾ ਉਹਦੇ ਵਿੱਚ ਸਟਰਕਚਰ ਲਾਈ ਪਈ ਉਹਨਾਂ ਦੀ, ਹੈਜ਼ ਬੀਨ। ਅਨਮਿਊਟ ਕਰਦਾ ਮੈਂ ਉਹ ਵੀਡੀਓ ਤੁਸੀਂ ਦੇਖੀ ਸੀ ਜੀ, ਜਿੰਨਾਂ ਵਿੱਚ ਮੈਂ ਕਿਹਾ ਸੀ ਕਿ ਇਹ ਚੀਜ਼ਾਂ ਨੂੰ ਵੀ ਤੁਹਾਨੂੰ ਸਿੱਖਣਾ ਚਾਹੀਦਾ ਵਾ 10-10 ਮਿੰਟ ਕੱਢ ਕੇ ਹਰ ਰੋਜ਼। ਕਿਹਾ ਸੀ ਜੀ ਇਹ ਚੀਜ਼ ਮੈਂ? ਹਾਂਜੀ ਸਰ। ਦੇਖੋ ਇਹ ਚੀਜ਼ ਤੁਹਾਨੂੰ ਅੱਜ ਪਤਾ ਲੱਗ ਗਈ। ਜੇ ਤੁਹਾਨੂੰ ਕਿਸੇ ਨੂੰ ਹੈਜ਼ ਬੀਨ ਦਾ ਜਾਂ ਬੀਇੰਗ ਦਾ ਯੂਜ਼ ਨਹੀਂ ਕਰਨਾ ਆਉਂਦਾ, ਇਹਦਾ ਮਤਲਬ ਤੁਹਾਨੂੰ ਹਲੇ ਵੀ ਲੈਂਗੁਏਜ ਤੇ ਪੂਰੀ ਤਰ੍ਹਾਂ ਕਮਾਂਡ ਨਹੀਂ, ਤੇ ਫਾਈਨਲ ਚ ਕੋਈ ਪਤਾ ਨਹੀਂ ਜੀ ਉਹ ਤੁਹਾਨੂੰ ਐਸੇ ਪਾਉਣ ਉਹਦੇ ਵਿੱਚ 3 ਵਾਰੀ ਹੈਜ਼ ਬੀਨ ਲਾ ਦੇ ਨੂੰ। ਫਿਰ ਉੱਥੇ ਤੁਸੀਂ ਇਹ ਨਹੀਂ ਬਲੇਮ ਕਰ ਸਕਦੇ ਕਿ ਫਿਰ ਤੁਸੀਂ ਖੁਦ ਨੂੰ ਕੋਸੋਗੇ ਵੀ ਮੈਂ ਕਿਉਂ ਨਹੀਂ ਕਦੇ YouTube ਤੇ ਸਰਚ ਮਾਰਿਆ ਕਿ ਹਾਊ ਟੂ ਯੂਜ਼ ਬੀਇੰਗ। ਮੈਂ ਕਦੇ ਕਿਉਂ ਨਹੀਂ YouTube ਤੇ ਸਰਚ ਮਾਰਿਆ ਹਾਊ ਟੂ ਯੂਜ਼ ਬੀ। ਮੈਂ ਕਦੇ ਕਿਉਂ ਨਹੀਂ ਸਰਚ ਮਾਰਿਆ ਹਾਊ ਟੂ ਯੂਜ਼ ਹੈਜ਼ ਬੀਨ। ਆਹ ਵਾਲੀਆਂ ਚੀਜ਼ਾਂ 5-5 ਮਿੰਟਾਂ ਦੀਆਂ ਵੀਡੀਓ ਆ ਜਿਹੜੀਆਂ ਚਾਹ ਪੀਂਦੇ ਪੀਂਦੇ ਸਿੱਖੀਆਂ ਜਾਂਦੀਆਂ ਜੀ। ਕੀ ਕਹਿੰਦੇ ਜੀ? ਮਿਊਜ਼ਿਕ ਹੈਜ਼ ਬੀਨ, ਮਿਊਜ਼ਿਕ ਰਹਿ ਚੁੱਕਾ ਤੇ ਰਹੂਗਾ ਵੀ। ਕੀ ਰਹੂਗਾ ਜੀ? ਟੂ ਬੀ ਦਾ ਯੂਨੀਵਰਸਲ ਲੈਂਗੁਏਜ, ਇੱਕ ਕਾਮਨ ਲੈਂਗੁਏਜ ਰਹੂਗਾ ਜੀ ਕਹਿੰਦੇ ਮਿਊਜ਼ਿਕ। ਸਾਰੀ ਧਰਤੀ ਤੇ ਮਿਊਜ਼ਿਕ ਇੱਕ ਕਹਿੰਦੇ ਇੱਕ ਕਾਮਨ ਲੈਂਗੁਏਜ ਆ, ਇੱਕ ਯੂਨੀਵਰਸਲ ਲੈਂਗੁਏਜ ਆ ਹਿਊਮਨ ਕਾਈਂਡ ਦੇ ਲਈ। ਅੱਛਾ ਕੀ ਕਹਿ ਰਹੇ ਆ? ਅੱਛਾ ਜਿਹੜੀ ਯਾਨੀ ਕਿ ਪਿਆਨੋ ਦੀ ਧੁਨ ਹੁੰਦੀ ਹੈ ਜੀ, ਜਿਹੜੀ ਪਿਆਨੋ ਦੀ ਧੁਨ ਹੁੰਦੀ ਆ, ਅੱਛਾ ਉਹ ਵਰਲਡ ਦੇ ਵਿੱਚ ਭਾਵੇਂ ਕੋਈ ਚਾਈਨਾ ਦਾ ਬੰਦਾ ਵਾ, ਚਾਹੇ ਕੋਈ ਜਾਪਾਨ ਦਾ, ਚਾਹੇ ਕੋਈ ਇੰਡੀਆ ਦਾ, ਚਾਹੇ ਕੋਈ ਪਾਕਿਸਤਾਨ ਦਾ, ਉਹਨੂੰ ਸਮਝਣ ਦੇ ਲਈ ਕੋਈ ਫਾਰਮੂਲਾ ਲਾਉਣਾ ਪੈਂਦਾ ਵਾ ਕਿ ਇਹ ਬਸ ਸਾਰਿਆਂ ਦੇ ਸਾਰੇ ਜਾਣੇ ਇਹਨੂੰ ਇੱਕੋ ਜਿਹਾ ਫੀਲ ਕਰਦੇ ਆ? ਉਦੋਂ ਫੀਲਿੰਗਸ ਆ ਕਿ ਕੋਈ ਫਾਰਮੂਲਾ ਲੱਗਦਾ ਵੀ ਨਹੀਂ ਆ ਤਾਂ ਅੱਛਾ ਤੁਹਾਨੂੰ ਪਤਾ ਲੱਗ ਜਾਂਦਾ ਕਿ ਜੀ ਜਿਹੜੀ ਆਹ ਪਿਆਨੋ ਦੀ ਟੋਨ ਆ ਇਹ ਸਾਡੇ ਇੰਡੀਆ ਦੀ ਆ, ਉਹ ਜਿਹੜੀ ਟੋਨ ਆ ਮਿਊਜ਼ਿਕ ਦੀ ਕੋਈ ਧੌਣਾ ਮੰਨ ਕੇ ਚੱਲੋ। ਅੱਛਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਜੀ ਇਹ USA ਦੀ ਆ? ਮੈਨੂੰ ਯੈਸ ਔਰ ਨੋ ਦੱਸਿਓ ਜੀ, ਮੈਂ ਤੁਹਾਨੂੰ ਅਨਮਿਊਟ ਕਰਨ ਲੱਗਾ ਵਾਂ। ਜਿਹੜੇ ਸਾਜ਼ ਵੱਜਦੇ ਹੁੰਦੇ ਆ ਆਪਾਂ ਨੂੰ ਪਤਾ ਲੱਗ ਜਾਂਦਾ ਇਹ ਚੀਜ਼ ਇਹਦੀ ਕੋਈ ਲੈਂਗੁਏਜ ਆ ਇਹਦੀ ਕੋਈ ਜੀ? ਯੈਸ ਔਰ ਨੋ? ਨੋ ਸਰ। ਮਿਊਜ਼ਿਕ ਦਾ ਕੋਈ ਮੈਥਡ ਨਹੀਂ ਨਾ ਹੈਗਾ। ਹਾਂਜੀ। ਅੱਛਾ ਮਿਊਜ਼ਿਕ ਮੇਰੇ ਸਾਹਮਣੇ ਕੋਈ ਪਿਆਨੋ ਦੀ ਟੋਨ ਵੱਜੀ ਜਾਂਦੀ ਆ, USA ਵਾਲਾ, ਜਾਪਾਨ ਵਾਲਾ, ਇੰਡੋਨੇਸ਼ੀਆ ਵਾਲਾ, ਚਾਈਨਾ ਵਾਲਾ, ਸਾਰੇ ਬੰਦਿਆਂ ਤੇ ਉਹ ਜਿਹੜਾ ਇੰਪੈਕਟ ਕਰੀ ਜਾਂਦੀ ਆ, ਉਹ ਕੋਈ ਬੈਰੀਅਰ ਤਾਂ ਨਹੀਂ ਨਾ ਉਹ? ਯੈਸ ਔਰ ਨੋ? ਇਹਦਾ ਮਤਲਬ ਯੂਨੀਵਰਸਲ ਲੈਂਗੁਏਜ ਦਾ ਮਤਲਬ ਕੀ ਹੁੰਦਾ ਕਿ ਚਾਹੇ ਕੋਈ ਬੰਦਾ ਜਿੱਥੋਂ ਮਰਜ਼ੀ ਬਿਲੋਂਗ ਕਰਦਾ ਹੋਵੇ ਜੀ, ਕਹਿੰਦੇ ਜੀ ਮਿਊਜ਼ਿਕ ਹਮੇਸ਼ਾ ਕੀ ਰਹਿ ਚੁੱਕਾ ਵਾ ਤੇ ਰਹੂਗਾ ਵੀ। ਕਹਿੰਦੇ ਜੀ ਇੱਕ ਯੂਨੀਵਰਸਲ ਲੈਂਗੁਏਜ ਰਹਿ ਚੁੱਕਾ ਵਾ ਆਪਣੇ ਹਿਊਮਨਸ ਦੇ ਲਈ। ਕਿ ਜੇ ਇੱਕ ਪਿਆਨੋ ਇੱਕ ਸੈਡ ਟੋਨ ਵਜਾਈ ਜਾਂਦਾ ਵਾ ਨਾ,
ਤਾਂ ਆਪਾਂ ਸਾਰਿਆਂ ਨੇ ਉਹਨੂੰ ਦੁਨੀਆ ਦੇ ਵਿੱਚ ਸਾਰਿਆਂ ਨੇ ਫੀਲਿੰਗਸ ਆ ਉਹ ਕੰਮ ਕਰੂਗਾ ਸਾਰਿਆਂ ਦੇ ਉੱਪਰ। ਏਦਾਂ ਨਹੀਂ ਕਿ ਉਹ ਕਿਸੇ ਉੱਪਰ ਅਸਰ ਨਾ ਕਰੇ, ਇਹਨੂੰ ਕਹਿੰਦੇ ਹੁੰਦੇ ਆ ਯੂਨੀਵਰਸਲ ਚੀਜ਼। ਕਿਸ ਹੱਦ ਤੱਕ ਤੁਸੀਂ ਐਗਰੀ ਹੋ ਜੀ? ਉਹ ਕਹਿੰਦੇ ਤੁਸੀਂ ਕਿਸ ਹੱਦ ਤੱਕ ਐਗਰੀ ਹੋ? ਕਿਹੜੀ ਚੀਜ਼ ਨਾਲ ਐਗਰੀ ਕਰਾਉਣਾ ਚਾਹ ਰਹੇ ਆ ਤੁਹਾਨੂੰ? ਇਹ ਚੀਜ਼ ਨਾਲ ਕਿ ਮਿਊਜ਼ਿਕ ਰਹਿ ਵੀ ਚੁੱਕਾ ਵਾ ਤੇ ਰਹੂਗਾ ਵੀ ਕੀ, ਯੂਨੀਵਰਸਲ ਲੈਂਗੁਏਜ। ਤੁਹਾਨੂੰ ਕਹਿ ਰਹੇ ਆ ਕਿ ਤੁਸੀਂ ਕਿਸ ਹੱਦ ਤੱਕ ਐਗਰੀ ਹੋ ਕਿਹੜੀ ਚੀਜ਼ ਨਾਲ? ਕਿ ਮਿਊਜ਼ਿਕ ਇੱਕ ਯੂਨੀਵਰਸਲ ਲੈਂਗੁਏਜ ਆ। ਬਸ ਹੁਣ ਸਾਰਾ ਕੁਝ ਵਿੱਚੋਂ ਕੱਟ ਦਿਓ। ਐਸੇ ਕੀ ਸੀਗਾ? ਐਸੇ ਇਹ ਸੀਗਾ ਕਿ ਜੀ ਮਿਊਜ਼ਿਕ ਆ ਨਾ ਜਿਹੜਾ, ਇਹ ਇੱਕ ਕਾਮਨ ਲੈਂਗੁਏਜ ਆ ਸਾਰੀ ਦੁਨੀਆ ਦੇ ਵਿੱਚ, ਕਾਮਨ ਲੈਂਗੁਏਜ। ਤੁਸੀਂ ਕਿਸ ਹੱਦ ਤੱਕ ਐਗਰੀ ਜਾਂ ਡਿਸਐਗਰੀ ਹੋ ਜੀ? ਤਾਂ ਲੱਗ ਗਿਆ ਪਤਾ ਜੀ ਐਸੇ ਕੀ ਸੀ ਅੱਜ ਵਾਲਾ? ਤੇ ਮੈਨੂੰ ਦੱਸਿਓ ਮਾੜਾ ਹੈ ਕਿ ਕਿਵੇਂ ਥੋੜਾ ਜਿਹਾ ਔਖਾ ਸੀਗਾ, ਹਲਾਜ ਦੇਣ ਵਾਲਾ ਸੀਗਾ ਕਿ ਕਿੱਦਾਂ ਦਾ ਸੀਗਾ ਜੀ? ਹੋਰ ਹੀ ਸੀਗਾ ਨਾ ਜੀ ਇੱਕ ਵਾਰੀ ਤਾਂ? ਹਾਂਜੀ ਸਰ, ਮਤਲਬ ਕੋਈ ਪੁਆਇੰਟ ਹੀ ਨਹੀਂ ਆ ਰਿਹਾ ਮਾਈਂਡ 'ਚ ਵੀ ਕੀ ਐਕਸਪਲੇਨ ਕਰ ਸਕਦੇ ਆ। ਹਾਂਜੀ ਬਿਲਕੁਲ, ਡੋਂਟ ਵਰੀ, ਆਪਾਂ ਦੇਖਦੇ ਆਂ ਜੀ। ਤਾਂ ਮੈਨੂੰ ਵੀ ਇਹ ਖੁਦ ਨੂੰ ਫੀਲ ਹੋਇਆ ਕਿ ਬੱਚੇ ਜਿਹੜੇ ਹੈਗੇ ਆ, ਕਈ ਵਾਰੀ ਕੋਈ ਫਰੈਸ਼ਰ ਬੱਚਾ ਹੀ ਹੁੰਦਾ, ਕਈ ਵਾਰੀ ਕੋਈ ਪਹਿਲੀ ਵਾਰੀ ਐਗਜ਼ਾਮ ਦੇਣ ਹੀ ਗਿਆ ਹੁੰਦਾ, ਕਈਆਂ ਨੇ ਰਾਈਟਿੰਗ ਦੀ ਪ੍ਰੈਕਟਿਸ ਵਾਲੀ ਕੀਤੀ ਹੋਈ ਨਹੀਂ ਹੁੰਦੀ। ਜਿਵੇਂ ਕਿ ਤੁਹਾਡੇ ਵਿੱਚੋਂ ਕਈ ਕਾਫੀ ਸਟੂਡੈਂਟ ਹੈਗੇ ਆ ਜਿਹੜਿਆਂ ਨੇ ਕਿ ਮਹੀਨੇ ਮੱਸਿਆਂ ਨੂੰ ਹੀ ਮੈਨੂੰ ਐਸੇ ਆਪਦਾ ਭੇਜਦੇ ਆ, ਉਦਾਂ ਦਾ ਕੋਈ ਬੱਚਾ ਹੋ ਸਕਦਾ ਜੀ। ਤਾਂ ਉਹਨਾਂ ਲਈ ਇੱਕ ਥੋੜੀ ਜਿਹੀ ਡਰਾਬੈਕ ਹੋ ਸਕਦੀ ਹੈ ਜੀ। ਹਮੇਸ਼ਾ ਯਾਦ ਰੱਖਿਆ ਕਰੋ, ਕਿਉਂਕਿ ਆਪਾਂ ਰਾਈਟਿੰਗ ਤਾਂ ਡੇਲੀ, ਕਿਤੇ ਆਪਾਂ ਟਾਸਕ 1 ਕਰਦੇ ਹਾਂ, ਇੱਕ ਦਿਨ ਆਪਣਾ ਟਾਸਕ 2 ਹੁੰਦਾ, ਪਰ ਚੱਲਦਾ ਤਾਂ ਆਪਣਾ ਡੇਲੀ ਬੇਸਿਸ ਤੇ ਹੈ ਨਾ, ਨਾਗਾ ਨਹੀਂ ਨਾ ਪੈਂਦਾ। ਬਟ ਕਈ ਬੱਚੇ ਫਿਰ ਵੀ 4-4 5 ਦਿਨਾਂ ਬਾਅਦ ਭੇਜਦੇ ਆ, ਉਹ ਏਦਾਂ ਨਾ ਕਰਿਆ ਕਰੋ। ਤੇ ਕੀ ਕਹਿੰਦੇ ਜੀ? ਕਹਿੰਦੇ ਜੀ ਮਿਊਜ਼ਿਕ ਯੂਨੀਵਰਸਲ ਲੈਂਗੁਏਜ ਆ। ਕਿਸ ਹੱਦ ਤੱਕ ਐਗਰੀ ਹੋ? ਮੈਂ ਕਹੂੰਗਾ ਜੀ ਮੈਂ ਫੁੱਲੀ ਐਗਰੀ ਹਾਂ। ਪਹਿਲਾਂ ਤਾਂ ਰਾਸਤੇ ਹੀ ਆਪਾਂ ਦੇਖ ਲਈ, ਆਈਡੀਆ ਮਾਈਂਡ ਚ ਹਲੇ ਨਹੀਂ ਆਇਆ, ਧਿਆਨ ਨਾਲ ਦੇਖਿਓ। ਇੱਕ ਪਾਸੇ ਮੈਂ ਕਹਿ ਰਿਹਾ ਜੀ ਮੈਂ ਫੁੱਲੀ ਐਗਰੀ ਹਾਂ, ਕਿਹੜੀ ਚੀਜ਼ ਨਾਲ? ਮਿਊਜ਼ਿਕ ਯੂਨੀਵਰਸਲ ਲੈਂਗੁਏਜ ਆ। ਮੈਂ ਜੀ ਡਿਸਐਗਰੀ ਹਾਂ ਜੀ। ਕਿਉਂ? ਕਿਉਂਕਿ ਮਿਊਜ਼ਿਕ ਯੂਨੀਵਰਸਲ ਲੈਂਗੁਏਜ ਨਹੀਂ ਗਾ। ਮੈਂ ਜੀ ਪਾਰਸ਼ੀਅਲ ਆ ਜੀ। ਹਾਂ, ਮੈਨੂੰ ਕੁਝ ਹੱਦ ਤੱਕ ਲੱਗਦਾ ਵਾ ਜੀ ਕਿ ਇਹ ਆ ਜ਼ਿਆਦਾ ਚੀਜ਼ ਕਿਧਰ ਜਾ ਰਹੀ ਹੈ। ਜਿੱਥੋਂ ਤੱਕ ਮੇਰਾ ਅੰਦਾਜ਼ਾ ਕਿ ਜੀ ਡਿਸਐਗਰੀ ਹੋਣਾ ਤਾਂ ਨਹੀਂ, ਮੈਂ ਤੋਂ ਇਹ ਪ੍ਰੂਵ ਨਹੀਂ ਹੋਣਾ, ਨਾ ਹੀ ਕੋਈ ਬੱਚੇ ਤੋਂ ਉੱਥੋਂ ਪ੍ਰੂਵ ਹੋਣਾ ਸੀਗਾ ਕਿ ਜੀ ਮਿਊਜ਼ਿਕ ਇੱਕ ਯੂਨੀਵਰਸਲ ਲੈਂਗੁਏਜ ਨਹੀਂ ਗਾ। ਆਹ ਚੀਜ਼ ਦਾ ਥੋੜਾ ਜਿਹਾ ਉਹ ਆ, ਜੋ ਪਾਰਸ਼ੀਅਲੀ ਜਾਂਦਾ ਤਾਂ ਉਹ ਕਿਵੇਂ ਪ੍ਰੂਵ ਕਰਦਾ ਕਿ ਜੀ ਥੋੜੀ ਹੱਦ ਤੱਕ ਹੈਗਾ ਵੀ ਆ, ਥੋੜੀ ਹੱਦ ਤੱਕ ਨਹੀਂ ਵੀ ਹੈਗਾ। ਚਲੋ ਇਹਨਾਂ ਦੋਨਾਂ ਦੇ ਵਿੱਚ ਜੰਗ ਲੱਗੀ ਥੋੜੀ ਜੀ ਕਿ ਫੁੱਲੀ ਐਗਰੀ ਆ ਜਾਂ ਜੀ ਕਿਸੇ ਹਿਸਾਬ ਨਾਲ ਉਹ ਪਾਰਸ਼ੀਅਲੀ ਹੋ ਸਕਦਾ ਸੀਗਾ ਜੀ। ਅੱਛਾ, ਮਿਊਜ਼ਿਕ ਯੂਨੀਵਰਸਲ ਲੈਂਗੁਏਜ ਕਿਵੇਂ ਆ? ਕਿਵੇਂ? ਤਾਂ ਇਹਦਾ ਜੇ ਮੈਂ ਪਹਿਲਾ ਪੁਆਇੰਟ ਸੋਚਾਂ, ਹੁਣ ਧਿਆਨ ਨਾਲ ਦੇਖਿਓ। ਲੈਕਚਰ ਲਾਉਣ ਤੋਂ 5 ਮਿੰਟ ਪਹਿਲਾਂ ਮੈਨੂੰ ਮੇਰੀ ਸਟੂਡੈਂਟ ਨੇ ਭੇਜੇ ਸੀ, ਉਹਨੇ ਕਿ ਸਰ ਆਹ ਵਾਲੇ ਐਸੇ ਆ, ਤਾਂ ਕਰਕੇ ਖੜੇ ਪਰ ਮੇਰਾ ਪਲਾਨ ਬਣਿਆ ਕਿ ਚਲੋ ਆਪਾਂ ਇੱਥੇ ਪਹਿਲਾਂ ਡਿਸਕਸ ਕਰ ਲਾਂਗੇ, ਬਾਅਦ ਚੋਂ ਪੈਸੇ ਕਰ ਲਾਂਗੇ ਆਪਦਾ। ਅੱਛਾ, ਤੇ ਜੇ ਤੁਹਾਡੀ ਮਰਜ਼ੀ ਹੈ ਜੇ ਇਹਨਾਂ ਵਿੱਚੋਂ ਇੱਕ ਲਿਖਣਾ, ਇਹਨਾਂ ਵਿੱਚੋਂ ਲਿਖ ਲਿਓ ਜੀ, ਉਹ ਤੁਹਾਡੀ ਮਰਜ਼ੀ ਹੈ, ਤੁਹਾਨੂੰ ਅਜੇ ਚੁਆਇਸਸ ਮਿਲ ਰਹੀਆਂ। ਅੱਛਾ, ਮੈਂ ਪਹਿਲਾਂ ਇਹ ਵੇਖਣਾ ਕਿ ਯੂਨੀਵਰਸਲ ਚੀਜ਼, ਯੂਨੀਵਰਸਲ ਦਾ ਮਤਲਬ ਕੀ ਹੁੰਦਾ ਜੀ? ਕਿ ਸਾਰਿਆਂ ਦੇ ਲਈ ਉਹ ਚੀਜ਼ ਸੇਮ ਹੁੰਦੀ ਹੈ ਜੀ। ਇੱਕ ਪਾਕਿਸਤਾਨ ਦੇ ਬੰਦੇ ਲਈ ਵੀ ਉਹੀ ਚੀਜ਼ ਆ, ਤੇ ਉਹ ਇੰਡੀਆ ਦੇ ਬੰਦੇ ਲਈ ਵੀ ਫਿਰ ਉਹੀ ਆ, ਫਿਰ ਉਹ ਚਾਈਨੀਜ਼ ਬੰਦੇ ਲਈ ਵੀ ਉਹੀ ਆ। ਯੂਨੀਵਰਸਲ ਦਾ ਮਤਲਬ ਇਹ ਹੁੰਦਾ ਜੀ। ਅੱਛਾ, ਮੈਂ ਐਗਰੀ ਕਿਉਂ ਹੋਇਆ? ਮੈਨੂੰ ਲੱਗ ਰਿਹਾ ਕਿ ਜੀ ਮਿਊਜ਼ਿਕ ਹੈ ਜਿਹੜਾ ਉਹ ਯੂਨੀਵਰਸਲ ਲੈਂਗੁਏਜ ਆ। ਕਿਉਂ? ਪਹਿਲਾ ਪੁਆਇੰਟ ਕੀ ਆ? ਪਹਿਲਾ ਪੁਆਇੰਟ ਮੈਂ ਕਹੂੰ ਇਹ ਹੈ ਜੀ ਕਿ ਮਿਊਜ਼ਿਕ ਜਿਹੜਾ ਹੁੰਦਾ ਵਾ ਜੀ, ਉਹਨੂੰ ਅੰਡਰਸਟੈਂਡ ਕਰਨ ਦੇ ਵਿੱਚ ਕੋਈ ਸਪੈਸੀਫਿਕ ਕੋਈ ਫਾਰਮੂਲਾ ਜਾਂ ਕੋਈ ਰੂਲਸ ਨਹੀਂ ਹੈਗੇਗੇ। ਪਹਿਲਾ ਤਾਂ ਰੀਜ਼ਨ ਇਹ ਹੈ ਜੀ ਮੇਰਾ। ਕਿਵੇਂ? ਸਪੋਰਟ ਤਾਂ ਕਰਨੀਆਂ ਪੈਣੀਆਂ। ਐਗਜ਼ਾਮਪਲ ਦੀ ਮੈਨੂੰ ਫਰੀडम ਆ, ਰਾਈਟਿੰਗ ਵਿੱਚ ਐਗਜ਼ਾਮਪਲ ਮੈਂ ਭਾਵੇਂ 2 ਦੇਈ ਜਾਵਾਂ, ਕੋਈ ਚੱਕਰ ਨਹੀਂ। ਤਾਂ ਮੈਂ ਕੀ ਕਿਹਾ ਜੀ? ਮੈਂ ਐਗਜ਼ਾਮੀਨਰ ਨੂੰ ਕਿਹਾ, ਮੈਂ ਕਿਹਾ ਜੀ ਦੇਖੋ ਤੁਸੀਂ ਇੱਕ ਲੈਂਗੁਏਜ ਲੈ ਲਓ, ਮੈਂ ਕਹੂੰ ਚਾਈਨੀਜ਼ ਲੈਂਗੁਏਜ। ਮੈਂ ਕਹੂੰ ਜੀ ਉਹ ਚਾਈਨੀਜ਼ ਲੈਂਗੁਏਜ ਜਿਹੜੀ ਹੈਗੀ ਹੈ ਨਾ, ਉਹਦੇ ਵਿੱਚ ਉਹਦੇ ਰੂਲਸ ਆ, ਉਹਦੀ ਪ੍ਰੋਨੰਸੀਏਸ਼ਨ ਆ, ਉਹਦੀ ਵੋਕੈਬ ਆ। ਤਾਂ ਮੈਂ ਕਹੂੰ ਜੀ ਇਹ ਚਾਈਨੀਜ਼ ਲੈਂਗੁਏਜ ਨੂੰ ਦੁਨੀਆ ਤੇ ਹਰ ਇੱਕ ਬੰਦਾ ਸਮਝ ਥੋੜ੍ਹਾ ਸਕਦਾ। ਨੈਚੁਰਲ ਜੀ ਗੱਲ ਆ, ਉਹਨੂੰ ਪਹਿਲਾਂ ਚਾਈਨੀਜ਼ ਗ੍ਰਾਮਰ ਸਿੱਖਣੀ ਪੈਣੀ ਆ, ਪੰਕਚੁਏਸ਼ਨ, ਵੋਕੈਬਲਰੀ। ਮੈਂ ਕਹੂੰ ਤਾਂ ਕਰਕੇ ਆਪਾਂ ਚਾਈਨੀਜ਼ ਲੈਂਗੁਏਜ ਨੂੰ ਯੂਨੀਵਰਸਲ ਨਹੀਂ ਕਹਿੰਦੇ। ਤੇ ਮੈਂ ਕਹੂੰ ਜੀ ਮਿਊਜ਼ਿਕ ਦੇ ਵਿੱਚ ਕਿਹੜੀ ਵੋਕੈਬਲਰੀ ਆ? ਇੱਕ ਪਿਆਨੋ ਤੋਂ ਪੈਦਾ ਹੋਈ ਜਿਹੜੀ ਟੋਨ ਆ, ਉਹਨੂੰ ਸਮਝਣ ਦੇ ਲਈ ਕਿਹੜਾ ਫਾਰਮੂਲਾ ਲਾਉਣਾ ਪੈਣਾ? ਕੋਈ ਵੀ ਨਹੀਂ। ਮੈਂ ਕਹੂੰ ਦੁਨੀਆ ਦਾ ਹਰ ਇੱਕ ਬੰਦਾ ਉਹਨੂੰ ਸੁਣ ਸਕਦਾ ਵਾ, ਤੇ ਉਹਦੇ ਬ੍ਰੇਨ ਦੇ ਵਿੱਚ ਜਿਹੜੀਆਂ
ਆ ਕੈਮੀਕਲ ਹਲਚਲ ਹੋਊਗੀ, ਉਹਦੇ ਬ੍ਰੇਨ ਜਿਹੜਾ ਕੈਮੀਕਲ ਰਿਲੀਜ਼ ਕਰੂਗਾ, ਉਹ ਹੈਪੀ ਹੋਊਗਾ ਜਾਂ ਸੈਡ ਹੋਊਗਾ ਜਾਂ ਉਹ ਰੋਮਾਂਟਿਕ ਹੋਊਗਾ। ਤਾਂ ਮੈਂ ਕਹੂੰ ਜੀ ਇਹਨੂੰ ਦੁਨੀਆ ਦਾ ਕੋਈ ਵੀ ਬੰਦਾ, ਜੇ ਮੈਂ ਕਹੂੰ ਜੀ ਸੈਡ ਟੋਨ ਆ ਉਹ ਬਹੁਤ ਜ਼ਿਆਦੇ, ਤੇ ਮੈਂ ਕਹੂੰ ਦੁਨੀਆ ਦੇ ਹਰ ਇੱਕ ਬੰਦੇ ਨੂੰ ਸੈਡ ਹੀ ਲੱਗੂਗੀ ਨਾ ਉਹ ਪਿਆਨੋ ਦੀ ਧੁਨ। ਤੇ ਉਹ ਜਿਹੜੀਆਂ ਆਪਣੀਆਂ ਇਮੋਸ਼ਨਸ ਆ, ਉਹ ਫੀਲਿੰਗਸ ਆ, ਮੈਂ ਕਹੂੰ ਇਹਨਾਂ ਨੂੰ ਮਾਪਣ ਦਾ ਤਾਂ ਅੱਜ ਤੱਕ ਕੋਈ ਆਪਣੇ ਕੋਲੇ ਕੋਈ ਪੈਰਾਮੀਟਰ ਹੈ ਹੀ ਨਹੀਂ, ਸਕਿੱਲ ਹੈ ਹੀ ਨਹੀਂ। ਤਾਂ ਕਰਕੇ ਮੈਂ ਕਹੂੰ ਜੀ ਇੱਕ ਟੋਨ ਆ, ਮੰਨ ਕੇ ਚੱਲੋ ਪਿਆਨੋ ਦੀ, ਤਾਂ ਉਹਨੂੰ ਦੁਨੀਆ ਤੇ ਕੋਈ ਵੀ ਬੰਦਾ ਉਹਦੇ ਬ੍ਰੇਨ ਤੇ ਉਹਨੇ ਇੰਪੈਕਟ ਕਰਨਾ ਹੀ ਆ ਜੀ। ਮੈਂ ਕਹੂੰ ਨੋ ਮੈਟਰ ਕਿ ਉਹ ਇੰਡੀਆ ਨੂੰ ਬਿਲੋਂਗ ਕਰਦਾ, ਚਾਈਨਾ ਨੂੰ, ਪਾਕਿਸਤਾਨ ਨੂੰ ਜਾਂ ਕਿਤੇ ਨੂੰ ਵੀ। ਮੈਂ ਕਹੂੰ ਆਪਾਂ ਅੱਜ ਦੇ ਸਮੇਂ 'ਚ ਮੈਂ ਕਹੂੰ ਸੋਸ਼ਲ ਮੀਡੀਆ ਤੇ ਕਿੰਨੀਆਂ ਜ਼ਿਆਦੇ ਆਪਾਂ YouTube ਤੇ ਕਿਸੇ ਹੋਰ ਲੈਂਗੁਏਜ ਦਾ ਜਦੋਂ Song ਸੁਣਦੇ ਆ, ਤੇ ਉਹਦੇ ਵਿੱਚ ਮੈਂ ਕਹੂੰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਉਹ Song ਸੁਣਨ ਦੇ ਨਾਲ ਆਪਾਂ ਕਈ ਵਾਰੀ ਐਨਰਜੈਟਿਕ ਫੀਲ ਕਰਨ ਲੱਗ ਜਾਂਦੇ ਆ। ਉਹ Song ਸੁਣਨ ਨਾਲ ਕਦੇ ਕਦੇ ਆਪਾਂ ਸੈਡ ਹੋ ਜਾਂਦੇ ਆ। ਮੈਂ ਕਹੂੰ ਏਦਾਂ ਕਿਉਂ ਹੁੰਦਾ? ਹਾਲਾਂਕਿ ਆਪਾਂ ਨੂੰ ਕਿਹੜਾ ਉਹ ਸਮਝ ਆ ਰਿਹਾ ਵਾ Song, ਬਟ ਆਪਾਂ ਨੂੰ ਉਹਦੇ ਵਿੱਚ ਜਿਹੜੀਆਂ ਧੁਨ ਹੁੰਦੀਆਂ ਵਾ, ਟੋਨਸ ਹੁੰਦੀਆਂ ਵਾ, ਜਿਹੜੀ ਰਿਦਮ ਹੁੰਦੀ ਆ, ਮੈਂ ਕਹੂੰ ਜੀ ਉਹ ਆਪਣੇ ਆਪ ਆਪਣੇ ਬ੍ਰੇਨ ਤੇ ਇੱਕ, ਮੈਂ ਕਹੂੰ ਇੱਕ ਨੈਚੁਰਲ ਚੀਜ਼ ਆ ਇਹ, ਇਹਦਾ ਕੋਈ ਫਾਰਮੂਲਾ ਹੀ ਹੈ ਨਹੀਂ। ਮੈਂ ਕਹੂੰ ਤਾਂ ਪਹਿਲਾ ਪੁਆਇੰਟ ਕੀ ਸੀਗਾ ਜੀ, ਮੈਂ ਤਾਂ ਐਗਰੀ ਆ ਕਿਉਂਕਿ ਮਿਊਜ਼ਿਕ 'ਚ ਕਿਹੜਾ ਕੋਈ ਗ੍ਰਾਮਰ ਹੁੰਦੀ ਹੈ, ਕੋਈ ਵੋਕੈਬ ਹੁੰਦੀ ਜਾਂ ਕੋਈ ਪ੍ਰੋਨੰਸੀਏਸ਼ਨ ਹੁੰਦੀ ਆ। ਮੈਂ ਕਹੂੰ ਇਹ ਤਾਂ ਇੱਕ ਟੋਨ ਹੁੰਦੀ ਆ ਜੀ, ਇਹ ਤਾਂ ਇੱਕ ਰਿਦਮ ਹੁੰਦੀ ਆ, ਇਹ ਤਾਂ ਇੱਕ ਧੁਨ ਹੁੰਦੀ ਆ। ਮੈਂ ਕਹੂੰ ਇਹ ਸਾਰੀ ਦੁਨੀਆ ਦਾ ਕੋਈ ਵੀ ਬੰਦਾ, ਮੰਨ ਕੇ ਲਓ ਆਪਾਂ ਕੋਈ ਸੋਸ਼ਲ ਮੀਡੀਆ ਤੇ ਕੋਈ ਸੈਡ Song ਨਹੀਂ ਕਹਿਣਾ, ਸੈਡ ਟੋਨ ਨੂੰ ਸੁਣਾਂਗੇ ਤਾਂ ਨੈਚੁਰਲ ਜੀ ਗੱਲ ਆ ਆਪਣੀਆਂ ਅੱਖਾਂ ਵੀ ਥੋੜੀਆਂ ਗਿੱਲੀਆਂ ਜਿਹੀਆਂ ਹੋਣ ਲੱਗ ਜਾਣੀਆਂ। ਹਾਲਾਂਕਿ ਆਪਾਂ ਨੂੰ ਪਤਾ ਨਹੀਂ ਕਿ ਉਹਦੇ ਵਿੱਚ ਵਰਡ ਕਿਹੜੇ ਬੋਲੀ ਜਾਂਦੇ ਆ ਕਿਹੜੇ ਨਹੀਂ, ਪਰ ਫਿਰ ਵੀ ਆਪਾਂ ਰਿਐਕਟ ਉਦਾਂ ਕਰਾਂਗੇ ਜਿੱਦਾਂ ਉਹ ਪਰਸਨ ਕਰ ਰਿਹਾ ਜਿਹੜਾ ਉਹਨੂੰ ਸਮਝ ਸਕਦਾ ਵਾ। ਤਾਂ ਕਰਕੇ ਜੀ ਮੈਂ ਕਹੂੰ ਮਿਊਜ਼ਿਕ ਆ ਜਿਹੜਾ ਉਹ ਇੱਕ ਯੂਨੀਵਰਸਲ ਲੈਂਗੁਏਜ ਆ ਜੀ। ਇਹ ਬ੍ਰੇਨ ਦੇ ਉੱਪਰ ਇੰਪੈਕਟ ਕਰਦਾ ਵਾ, ਸਾਰਿਆਂ ਦੇ ਉੱਪਰ ਕਰਦਾ ਜੀ। ਮੈਂ ਕਹੂੰ ਤਾਂ ਮੈਂ ਅਨਮਿਊਟ ਕਰੂੰਗਾ ਜੀ। ਪਹਿਲਾ ਪੁਆਇੰਟ ਪਤਾ ਲੱਗ ਗਿਆ ਜੀ, ਕਿਉਂਕਿ ਮਿਊਜ਼ਿਕ ਨੂੰ ਸਮਝਣ ਲਈ ਕਿਹੜਾ ਕੋਈ ਫਾਰਮੂਲਾ ਲਾਉਣਾ ਪੈਂਦਾ ਵਾ ਜੀ। ਯੈਸ ਔਰ ਨੋ? ਹਾਂਜੀ ਸਰ। ਕਲੀਅਰ ਹੈ ਜੀ? ਤਾਂ ਇਹ ਆਪਣਾ ਪਹਿਲਾ ਪੁਆਇੰਟ ਹੈ ਜੀ। ਤੇ ਬੜਾ ਔਖਾ ਜਿਹਾ ਹੋ ਕੇ ਪਹਿਲਾ ਪੁਆਇੰਟ ਆਪਾਂ ਸੋਚਿਆ, ਤਾਂ ਦੇਖੋ ਹੁਣ ਮੈਨੂੰ ਇਦਾਂ ਲੱਗਦਾ ਕਿ ਫਾਈਨਲ ਦੇ ਵਿੱਚ ਬੱਚੇ ਕਈ ਹੋਏ ਹੋਣਗੇ ਔਖੇ ਕਾਫੀ ਜ਼ਿਆਦਾ। ਤਾਂ ਚਲੋ ਜੀ ਦੂਸਰਾ ਪੁਆਇੰਟ ਹੁਣ ਆਪਾਂ, ਅੱਛਾ ਪਹਿਲਾ ਆਪਣਾ ਪੁਆਇੰਟ ਇਹ ਸੀ, ਆਪਾਂ ਇੱਕ ਰੀਜ਼ਨ ਦਿੱਤਾ ਇੱਕ ਸਪੈਸੀਫਿਕ, ਕਿ ਮਿਊਜ਼ਿਕ ਡਜ਼ਨਟ ਹੈਵ ਐਨੀ ਸਪੈਸੀਫਿਕ ਰੂਲਸ, ਸਪੈਸੀਫਿਕ ਪ੍ਰੋਨੰਸੀਏਸ਼ਨ ਔਰ ਵੋਕੈਬ। ਮੈਂ ਕੋ ਜਿਹੜੀ ਰਿਦਮ ਹੁੰਦੀ ਆ, ਜਿਹੜੀ ਟੋਨ ਹੁੰਦੀ ਆ, ਉਹਦੇ ਵਿੱਚ ਕਿਹੜਾ ਕੋਈ ਵਰਡ ਯੂਜ਼ ਕੀਤਾ ਜਾਂਦਾ ਜੀ? ਕੋਈ ਵਰਡ ਨਹੀਂ ਹੁੰਦਾ ਉਹਦੇ 'ਚ, ਕੋਈ ਉਹਦੇ ਰੂਲ ਨਹੀਂ ਹੁੰਦੇ ਜੀ। ਤਾਂ ਕਰਕੇ ਯੂਨੀਵਰਸਲੀ ਇੰਪੈਕਟ ਕਰ ਜਾਂਦੀ ਹੈ ਜੀ ਉਹ ਚੀਜ਼, ਇੰਪੈਕਟ ਯੂਨੀਵਰਸਲੀ। ਅੱਛਾ ਦੂਸਰੇ ਨੰਬਰ ਤੇ ਦੂਸਰਾ ਪੁਆਇੰਟ ਇਹ ਆ ਕਿ ਜੀ ਮਿਊਜ਼ਿਕ ਆ ਜਿਹੜਾ, ਇਹਦੇ ਹੁਣ ਧਿਆਨ ਨਾਲ ਦੇਖਿਓ, ਜਦੋਂ ਹੀ ਕੋਈ ਚੀਜ਼ ਮਾਈਂਡ 'ਚ ਨਾ ਆ ਰਹੀ ਹੋਵੇ ਕੀ ਕਰਨਾ ਚਾਹੀਦਾ? ਸਟੇਟਮੈਂਟ ਪੜ੍ਹਨੀ ਚਾਹੀਦੀ ਆ। ਫਿਰ ਕੀ ਕਹਿੰਦੇ ਜੀ? ਮਿਊਜ਼ਿਕ ਕਹਿੰਦੇ ਜੀ ਰਹਿ ਵੀ ਚੁੱਕਾ ਤੇ ਜੀ ਰਹੂਗਾ ਵੀ ਯੂਨੀਵਰਸਲ ਲੈਂਗੁਏਜ। ਓਕੇ ਜੀ, ਮੈਨਕਾਇੰਡ ਦੇ ਲਈ ਕਿਸ ਹੱਦ ਤੱਕ ਤੁਸੀਂ ਐਗਰੀ ਹੋ ਜਾਂ ਡਿਸਐਗਰੀ ਹੋ? ਓਕੇ ਜੀ, BP1 ਮੇਰਾ ਤਿਆਰ ਹੋ ਗਿਆ ਜੀ, BP2 ਦੀ ਤਰਫ ਚੱਲਦੇ ਹਾਂ ਜੀ ਆਪਾਂ। ਠੀਕ ਹੈ ਜੀ, ਯੂਨੀਵਰਸਲ ਰਹਿ ਚੁੱਕਾ ਜੀ ਕਹਿੰਦੇ ਮਿਊਜ਼ਿਕ। ਓਕੇ ਓਕੇ ਜੀ, ਧਿਆਨ ਨਾਲ ਦੇਖਿਓ ਜੀ। ਅੱਛਾ ਆਪਣੀ ਜਿਹੜੀ ਲੈਂਗੁਏਜ ਆ ਹਿੰਦੀ ਆ, ਹਿੰਦੀ ਇੱਕ ਯੂਨੀਵਰਸਲ ਲੈਂਗੁਏਜ ਕਾਹਤੋਂ ਨਹੀਂ ਗੀ? ਕਿਉਂਕਿ ਇਹ ਇੱਕ ਸਪੈਸੀਫਿਕ ਸੁਸਾਇਟੀ ਨੂੰ ਬਿਲੋਂਗ ਕਰਦੀ ਆ, ਇੱਕ ਸਪੈਸੀਫਿਕ ਏਰੀਆ ਨੂੰ ਬਿਲੋਂਗ ਕਰਦੀ ਆ। ਉਹਦਾ ਨਾਮ ਕੀ ਆ? ਉਹਦਾ ਨਾਮ ਇੰਡੀਆ। ਅੱਛਾ ਚਾਈਨੀਜ਼ ਯੂਨੀਵਰਸਲ ਚੀਜ਼ ਕਾਹਤੋਂ ਨਹੀਂ ਗੀ? ਕਿਉਂਕਿ ਇਹਦੀ ਖੋਜ ਜਿਹੜੀ ਕੀਤੀ ਆ, ਜਿਹੜੀ ਚਾਈਨੀਜ਼ ਲੈਂਗੁਏਜ ਬਣਾਈ ਆ, ਉਹ ਇੱਕ ਸਪੈਸੀਫਿਕ ਕਮਿਊਨਿਟੀ ਨੇ ਬਣਾਈ ਆ। ਜਿਹੜੇ ਚਾਈਨਾ ਦੇ ਵੱਡ ਵਡੇਰੇ ਸੀਗੇ, ਆਦਿ ਮਾਨਵ ਜਿਹੜੇ ਉਹਨਾਂ ਦਾ ਗਰੁੱਪ ਸੀਗਾ। ਚਾਈਨੀਜ਼ ਚਾਈਨਾ ਨੂੰ ਬਿਲੋਂਗ ਕਰਦੀ ਆ। ਤਾਂ ਹੁਣ ਮੈਨੂੰ ਆਨਸਰ ਦਿਓ, ਮਿਊਜ਼ਿਕ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਵਾ? ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹੁਣ, ਮਿਊਜ਼ਿਕ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਜੀ?
ਹਾਂਜੀ ਜੀ, ਦੱਸਿਓ ਮੈਨੂੰ। ਅਨਮਿਊਟ ਕਰਤਾ ਜੀ ਮੈਂ ਤੁਹਾਨੂੰ। ਮਿਊਜ਼ਿਕ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਜੀ? ਸਰ ਕਿਸੇ ਕਮਿਊਨਿਟੀ ਵੀ ਨਹੀਂ ਸਰ ਬਿਲਕੁਲ entertainment ਇਹਦੇ ਚ ਬਿਲਕੁਲ ਆਪਾਂ ਇਹ ਕਹਿ ਸਕਦੇ ਹਾਂ ਕਿ ਸਰ ਇਟ ਡਜ਼ਨਟ ਮੇਕ ਐਨੀ ਡਿਫਰੈਂਸ ਬਿਟਵੀਨ ਪੀਪਲ, ਇਟ ਇਜ਼ ਮਤਲਬ ਇਕੁਅਲੀ ਹੈ ਸਾਰਿਆਂ ਵਾਸਤੇ। ਬਿਲਕੁਲ ਧਿਆਨ ਨਾਲ ਦੇਖਿਓ ਜੀ, ਪੁਆਇੰਟ ਧਿਆਨ ਨਾਲ ਦੇਖਿਓ। ਇਹ ਚੀਜ਼ ਇੱਕ ਟਰੁੱਥ ਆ ਕਿ ਮੈਨੂੰ ਦੂਸਰਾ ਪੁਆਇੰਟ ਮੇਰੇ ਮਾਈਂਡ 'ਚ ਹੈ ਨਹੀਂ ਸੀਗਾ, ਦੂਸਰਾ ਪੁਆਇੰਟ ਮੈਂ ਵੀ ਬਣਾਇਆ ਹੁਣੀ। ਐਕਚੁਅਲ ਦੇ ਵਿੱਚ ਪੁਆਇੰਟ ਬਣਿਆ ਕਿਵੇਂ? ਮੈਂ ਇਹ ਚੀਜ਼ ਸਮਝੀ ਜਾਂਦਾ ਸੀ ਕਿ ਯੂਨੀਵਰਸਲ ਵਰਡ ਦਾ ਮਤਲਬ ਕੀ ਹੁੰਦਾ। ਪਹਿਲਾਂ ਇਹਦਾ ਮਤਲਬ ਇਹ ਸੀ ਕਿ ਯੂਨੀਵਰਸਲ ਚੀਜ਼ ਸਾਰਿਆਂ ਦੀ ਸਮਝ ਵਿੱਚ ਆ ਜਾਂਦੀ ਹੈ। ਤਾਂ ਮਿਊਜ਼ਿਕ ਦੇ ਵਿੱਚ ਤਾਂ ਕੋਈ ਵੋਕੈਬ, ਕੋਈ ਗ੍ਰਾਮਰ, ਕੋਈ ਉਹ ਚੀਜ਼ ਹੀ ਹੈ ਨਹੀਂ ਜੀ, ਤਾਂ ਮੇਰਾ BP 1 ਡਿਵੈਲਪ ਹੋ ਗਿਆ। ਅੱਛਾ, ਮੈਂ ਬਾਅਦ ਚ ਸੋਚਿਆ ਕਿ ਹੋਰ ਚੀਜ਼ ਆਪਾਂ ਕਿਸੇ ਵੀ ਚੀਜ਼ ਨੂੰ ਯੂਨੀਵਰਸਲ ਕਦੋਂ ਕਹਿੰਦੇ ਹੁੰਦੇ ਆ ਜੇ ਉਹ ਸਾਰਿਆਂ ਲਈ ਕਾਮਨ ਆ। ਅੱਛਾ, ਮੈਂ ਸੋਚਿਆ ਵੀ ਕਿਹੜੀਆਂ ਚੀਜ਼ਾਂ ਯੂਨੀਵਰਸਲ ਨਹੀਂ ਹੁੰਦੀਆਂ। ਨੈਚੁਰਲ ਜੀ ਗੱਲ ਆ, ਜਿਹੜੀ ਇੱਕ ਖਾਸ ਤਰ੍ਹਾਂ ਦੀ ਕਮਿਊਨਿਟੀ ਨੇ ਡਿਵੈਲਪ ਕੀਤੀ ਹੋਈ ਚੀਜ਼ ਆ। ਹਿੰਦੀ ਆ, ਇੰਡੀਆ ਨੇ ਬਣਾਈ ਆ, ਤਾਂ ਕਰਕੇ ਯੂਨੀਵਰਸਲ ਨਹੀਂ। ਚਾਈਨੀਜ਼ ਆ, ਚਾਈਨਾ ਨੇ ਬਣਾਇਆ, ਤਾਂ ਕਰਕੇ ਯੂਨੀਵਰਸਲ ਚੀਜ਼ ਨਹੀਂ ਗੀ ਜੀ ਉਹ। ਕੋਈ ਹੋਮ ਰੈਮਡੀ ਚੱਕ ਲਓ, ਹੋਮ ਰੈਮਡੀ ਆ ਕੋਈ, ਉਹ ਯੂਨੀਵਰਸਲ ਕਾਹਤੋਂ ਨਹੀਂ ਗੀ? ਕਿਉਂਕਿ ਹੋ ਸਕਦਾ ਪੰਜਾਬ ਦੇ ਵਿੱਚ ਕਿਸੇ ਵੈਦ ਨੇ ਬਣਾਈ ਹੋਵੇ। ਤਾਂ ਇਹ ਚੀਜ਼ਾਂ ਯੂਨੀਵਰਸਲ ਨਹੀਂ ਗੀਆਂ। ਬਟ ਇੱਥੇ ਮੇਰੇ ਮਾਈਂਡ 'ਚ ਉਦੋਂ ਸਟਰਾਈਕ ਹੋਇਆ ਕਿ ਮਿਊਜ਼ਿਕ ਕਿਹਨੇ ਬਣਾਇਆ? Music doesn't belong to any specific country or a community. Music ਬਣਾਇਆ ਹਿਊਮਨ ਬ੍ਰੇਨ ਨੇ। ਇਹ ਕੋਈ ਖਾਸ ਤਰ੍ਹਾਂ ਦੇ ਕੋਈ ਇੱਕ ਸਪੈਸੀਫਿਕ ਕਮਿਊਨਿਟੀ ਜਾਂ ਕੋਈ ਸਪੈਸੀਫਿਕ ਰੀਜਨ ਦੇ ਲੋਕਾਂ ਨੇ ਨਹੀਂ ਬਣਾਇਆ। ਮੈਂ ਕੋਈ ਜੇ ਆਪਾਂ ਪਾਸਟ ਦੇ ਵਿੱਚ ਵੀ ਜਾ ਵੜੀਏ, ਹੈਜ਼ ਬੀਨ ਆਹ ਵਰਡ ਟਾਰਗੇਟ ਕੀਤਾ ਮੈਂ। ਜੇ ਆਪਾਂ ਪਾਸਟ ਦੇ ਵਿੱਚ ਵੀ ਜਾ ਵੜੀਏ ਜੀ ਮੈਂ ਕੋ ਜੀ ਇਹ ਆਪਣਾ ਮਿਊਜ਼ਿਕ ਦੇ ਵਿੱਚ ਕੋਈ ਏਦਾਂ ਦਾ ਆਪਾਂ ਨੂੰ ਕੋਈ ਸਬੂਤ ਨਹੀਂ ਮਿਲਦਾ ਵੀ ਇਹ ਇੱਕ ਖਾਸ ਪਾਰਟਿਕੂਲਰ ਕਮਿਊਨਿਟੀ ਦੇ ਲੋਕਾਂ ਨੇ ਬਣਾਇਆ ਸੀਗਾ ਤੇ ਉਹਨਾਂ ਨੇ ਇਹਨੂੰ ਆਪਣੀ ਚੀਜ਼ ਲਈ ਇੱਕ ਸਪੈਸੀਫਿਕ ਬਾਉਂਡਰੀ ਦੇ ਲਈ ਇਹਨੂੰ ਬਣਾਇਆ। ਮੈਂ ਕੋ ਜੀ ਮਿਊਜ਼ਿਕ ਦਾ ਐਕਚੁਅਲ ਚ ਮਤਲਬ ਕੀ ਆ? ਮਿਊਜ਼ਿਕ ਇੱਕ ਸੋਰਸ ਆਫ ਐਂਟਰਟੇਨਮੈਂਟ ਕਹਿ ਲਓ, ਜਾਂ ਇਹ ਇੱਕ ਵੇ ਆ ਟੂ ਕਾਮ ਦਾ ਬ੍ਰੇਨ ਨੂੰ ਸ਼ਾਂਤ ਰੱਖਣ ਦਾ ਇੱਕ ਜ਼ਰੀਆ ਜੀ। ਮੈਂ ਕੋ ਇਹ ਜਿਹੜੀ ਇਹ ਸ਼ਾਂਤ ਰੱਖਣ ਵਾਲਾ ਇੱਕ ਜ਼ਰੀਆ, ਇੱਕ ਵੇ ਆ ਜੀ। ਮੈਂ ਕੋ ਜਿਹੜਾ ਇਹ ਚੀਜ਼ ਆ ਜਿਹੜੀ ਇਹ ਮੈਨ ਮੇਡ ਤਾਂ ਹੈ ਹੀ ਨਹੀਂ ਗੀ ਜੀ। ਇਹ ਕਿਵੇਂ? ਮੈਂ ਕੋ ਮਿਊਜ਼ਿਕ ਪੈਦਾ ਕਿਵੇਂ ਹੁੰਦਾ ਵਾ? ਇਹਦੇ ਤੇ ਮਿਊਜ਼ਿਕ ਪੈਦਾ ਹੁੰਦਾ ਵਾ ਜਦੋਂ ਦੋ ਆਬਜੈਕਟ ਆਪਸ ਦੇ ਵਿੱਚ ਸਟਰਾਈਕ ਹੁੰਦੇ ਆ। ਤੁਸੀਂ ਚਮਚਾ ਲੈ ਕੇ ਉਹਨੂੰ ਥਾਲ ਦੇ ਉੱਪਰ ਮਾਰੋ, ਇੱਕ ਟੋਨ ਨਿਕਲੂਗੀ ਉਹਦੇ ਵਿੱਚੋਂ। ਤੁਸੀਂ ਆਪਣੇ ਦੋਨੇ ਹੱਥ ਇੱਕ ਦੂਸਰੇ 'ਚ ਮਾਰੋ, ਕਲੈਪਿੰਗ, ਇੱਕ ਟੋਨ ਨਿਕਲੂਗੀ ਉਹਦੇ ਵਿੱਚੋਂ। ਤੁਸੀਂ ਮੰਨ ਕੇ ਚਲੋ ਆਪਣੇ ਸ਼ੂਜ਼ ਫਰਸ਼ ਉੱਪਰ ਰਗੜੋ, ਉਹ 'ਚੋਂ ਵੀ ਇੱਕ ਟੋਨ ਨਿਕਲੂਗੀ। ਇਹ ਸਾਰੀਆਂ ਟੋਨਸ ਕੀ ਆ? ਇਹ ਮਿਊਜ਼ਿਕ ਹੈ ਜੀ। ਮੈਂ ਕੋਈ ਜਿਹੜਾ ਮਿਊਜ਼ਿਕ ਆ ਉਹ ਤਾਂ ਇਹਨੂੰ ਜੇ ਆਪਾਂ ਸਾਇੰਟੀਫਿਕ ਤਰੀਕੇ ਨਾਲ ਦੇਖੀਏ, ਇਹ ਤਾਂ ਜਦੋਂ ਦੋ ਚੀਜ਼ਾਂ ਆਪਸ ਦੇ ਵਿੱਚ ਸਟਰਾਈਕ ਕਰਦੀਆਂ ਹੁੰਦੀਆਂ ਵਾ, ਉਹਨਾਂ ਦਾ ਸਟਰਾਈਕ ਹੋਣ ਦੇ ਨਾਲ ਇੱਕ ਸਾਊਂਡ ਪੈਦਾ ਹੁੰਦਾ ਜੀ। ਮੈਂ ਕੋ ਇਹ ਤਾਂ ਤੇ ਮੈਂ ਕੋ ਪਰ ਸਾਊਂਡ ਜਿਹੜਾ ਪੈਦਾ ਹੋਇਆ ਤੇ ਮੈਂ ਕੋ ਫਿਰ ਇਹ ਕਿਸੇ ਇੱਕ ਪਾਰਟਿਕੂਲਰ ਕਮਿਊਨਿਟੀ ਜਾਂ ਰਿਲੀਜਨ ਜਾਂ ਕੰਟਰੀ ਨੂੰ ਕਿਵੇਂ ਬਿਲੋਂਗ ਕਰ ਜੂਗਾ ਜੀ? ਇਹ ਤਾਂ ਨੈਚੁਰਲ ਦੀ ਗੱਲ ਆ। ਪਰ ਆਪਣੇ ਹਿਊਮਨ ਦੇ ਕੰਨਾਂ ਦੇ ਵਿੱਚ ਉਹ ਟੋਨ ਤਾਂ ਸੇਮ ਹੀ ਪੈਣੀ ਹੈ ਜੀ। ਜੇ ਤੁਸੀਂ ਇੱਕ ਥਾਲ ਲੈ ਕੇ ਉੱਤੇ ਚਮਚਾ ਮਾਰੋ ਤਾਂ ਉਹ ਤੁਸੀਂ ਇੱਕ ਚਾਈਨੀਜ਼ ਬੰਦਾ ਖੜਾ ਲਓ ਆਪਦੇ ਕੋਲੇ, ਇੱਕ ਇੰਡੀਆ ਦਾ ਤੇ ਇੱਕ ਪਾਕਿਸਤਾਨ ਦਾ। ਅੱਛਾ, ਜਿਹੜੀ ਉਹ ਟੋਨ ਆਪਾਂ ਕੋਲੀ ਤੇ ਚਮਚਾ ਮਾਰਿਆ ਵਾ, ਉਹ ਤਿੰਨਾਂ ਨੂੰ ਬਦਲ ਕੇ ਥੋੜੀ ਸੁਣੂਗੀ। ਉਹ ਤਾਂ ਤਿੰਨਾਂ ਨੂੰ ਸੇਮ ਹੀ ਸੁਣੂਗੀ ਆਵਾਜ਼ ਉਹਨਾਂ ਦੀ। ਇਹਦਾ ਮਤਲਬ ਕੀ ਨਿਕਲਿਆ? ਇਹਦਾ ਮਤਲਬ ਕਿ ਜੀ ਮਿਊਜ਼ਿਕ ਖੁਦ ਦੇ ਵਿੱਚ ਇੱਕ ਨੇਚਰ ਦੀ ਬਣਾਈ ਹੋਈ ਚੀਜ਼ ਆ। ਇਹ ਫਿਰ ਸਪੈਸੀਫਿਕ ਕਿਵੇਂ ਹੋ ਜੂ? ਇਹ ਯੂਨੀਵਰਸਲ ਆ। ਮਿਊਜ਼ਿਕ ਪੈਦਾ ਕਿਵੇਂ ਹੁੰਦਾ ਵਾ? ਦੋ ਆਬਜੈਕਟ ਦੇ ਆਪਸ ਦੇ ਵਿੱਚ ਸਟਰਾਈਕ ਕਰਨ ਦੇ ਨਾਲ। ਤੇ ਮੈਂ ਕੋ ਫਿਰ ਇਹਨੂੰ ਸੁਣਨ ਵਾਲੇ ਜਿਹੜੇ ਹਿਊਮਨ ਦੇ ਕੰਨ ਆ, ਉਹ ਇਹਨਾਂ ਨੂੰ ਸੇਮ ਹੀ ਅਸੈਪਟ ਕਰਦੇ ਆ ਜਿਵੇਂ ਕਿ ਕੋਈ ਹੋਰ। ਤਾਂ ਆਹ ਤੁਹਾਡਾ ਦੂਸਰਾ ਪੁਆਇੰਟ ਹੈ ਜੀ। ਮਿਊਜ਼ਿਕ ਇਜ਼ ਕ੍ਰੀਏਟਡ ਬਾਈ ਨੇਚਰ, ਨੋਟ ਬਾਈ ਹਿਊਮਨਸ। ਤਾਂ ਇਹਦੇ ਨਾਲ ਐਗਜ਼ਾਮੀਨਰ ਨੂੰ ਇਹ ਚੀਜ਼ ਸੋਚਣ ਤੇ ਮਜਬੂਰ ਕਰਦੇ ਨਾ ਉਹਨੂੰ ਕਿ ਬੱਚਾ ਲਿਖੀ ਜਾਂਦਾ ਵਾ ਤੇ ਇਹਦਾ ਮਤਲਬ ਬੱਚੇ ਨੇ ਸਾਬਿਤ ਕਰਤਾ ਜੀ
ਐਵੀਡੈਂਸ ਦੇਤਾ ਉਹਨੇ। ਐਗਜ਼ਾਮੀਨਰ ਨੂੰ ਸਬੂਤ ਚਾਹੀਦਾ ਜੀ। ਮੇ ਬੀ ਇਹ ਐਗਜ਼ਾਮੀਨਰ ਨੂੰ ਵੀ ਨਾ ਪਤਾ ਹੋਵੇ, ਐਗਜ਼ਾਮੀਨਰ ਨੂੰ ਵੀ ਤੁਹਾਡਾ ਆਈਡੀਆ ਵੇਖ ਕੇ ਪਤਾ ਲੱਗੇ ਕਿ ਬੱਚੇ ਨੇ ਪ੍ਰੂਵ ਕਿਹੜੇ ਤਰੀਕੇ ਨਾਲ ਕੀਤਾ। ਕਿ ਮਿਊਜ਼ਿਕ ਤਾਂ ਪੈਦਾ ਹੀ ਦੋ ਚੀਜ਼ਾਂ ਦੇ ਸਟਰਾਈਕ ਕਰਾਉਣ ਦੇ ਨਾਲ ਹੁੰਦਾ ਜੀ। ਡਰਮ ਆ, ਡਰਮ ਦੇ ਉੱਪਰ ਜੇ ਸਟਿਕ ਮਾਰਾਂਗੇ ਫੇਰ ਹੀ ਸਟਰਾਈਕ ਹੋਊਗਾ। ਇਹ ਬੰਦੇ ਨੇ ਥੋੜੀ ਬਣਾਇਆ ਫਿਰ ਇਹਦਾ ਮਤਲਬ। ਇਹ ਤਾਂ ਦੋ ਆਬਜੈਕਟ ਦੇ ਖੁਦ ਦੇ ਸਟਰਾਈਕ ਕਰਨ ਦੇ ਨਾਲ ਪੈਦਾ ਹੋਈ ਟੋਨ ਨੂੰ ਮਿਊਜ਼ਿਕ ਕਹਿ ਦਿੰਦੇ ਆ ਜੀ। ਇਹਦਾ ਮਤਲਬ ਮਿਊਜ਼ਿਕ ਤਾਂ ਬਣਾਇਆ ਹੀ ਨੇਚਰ ਨੇ, ਇਹ ਤਾਂ ਫਿਰ ਇੱਕ ਯੂਨੀਵਰਸਲ ਚੀਜ਼ ਹੈ ਜੀ। ਚਾਹੇ ਉਹ ਮੈਨਕਾਈਂਡ ਆ, not only mankind, ਚਾਹੇ ਉਹ ਐਨੀਮਲ ਹੀ ਕਿਉਂ ਨਾ ਹੋਣ, ਉਹਨਾਂ ਨੂੰ ਵੀ ਸੇਮ ਟੋਨਸ ਹੀ ਸੁਣਨਗੀਆਂ ਜੀ। ਤੇ ਇਹ ਹਿਸਟਰੀ ਦੇ ਵਿੱਚ ਕੋਈ ਸਬੂਤ ਹੀ ਨਹੀਂ ਮਿਲਿਆ ਕਿ ਮਿਊਜ਼ਿਕ ਨੂੰ ਇੱਕ ਪਾਰਟਿਕੂਲਰ ਰਿਲੀਜਨ ਨੇ, ਇੱਕ ਪਾਰਟਿਕੂਲਰ ਕੰਟਰੀ ਨੇ, ਇੱਕ ਪਾਰਟਿਕੂਲਰ ਰੇਸ ਨੇ, ਇੱਕ ਜਾਤ ਨੇ ਬਣਾਇਆ। ਇਹਦੇ ਸਬੂਤ ਹੀ ਨਹੀਂ ਮਿਲੇ ਜੀ। ਬਸ ਤਾਂ ਕਰਕੇ ਮਿਊਜ਼ਿਕ ਕੀ ਹੈ ਜੀ? ਮਿਊਜ਼ਿਕ ਇੱਕ ਯੂਨੀਵਰਸਲ ਚੀਜ਼ ਹੈ ਜੀ। ਮੈਨੂੰ ਯੈਸ ਔਰ ਨੋ ਦੱਸ ਦਿਓ ਜੀ। ਸਾਰਿਆਂ ਨੂੰ ਪਤਾ ਲੱਗ ਗਿਆ? ਐਸੇ ਬਹੁਤ ਔਖਾ ਸੀਗਾ, ਮੈਂ ਤੁਹਾਨੂੰ ਦੱਸਾਂ ਜੀ। ਹਰ ਇੱਕ ਬੱਚੇ ਦੇ ਮਾਈਂਡ ਦੇ ਵਿੱਚ ਇਹ ਪੁਆਇੰਟ ਨਹੀਂ ਸਟਰਾਈਕ ਹੋਏ ਹੋਣੇ। ਕਲੀਅਰ ਹੈ ਜੀ ਸਾਰਿਆਂ ਨੂੰ? ਜੀ ਸਰ। ਠੀਕ ਹੈ ਜੀ। ਅੱਛਾ, ਦੂਸਰਾ ਪੁਆਇੰਟ ਵੀ ਪਤਾ ਲੱਗ ਗਿਆ ਨਾ ਸਾਰਿਆਂ ਨੂੰ ਜੀ, ਕਿਵੇਂ ਪ੍ਰੂਵ ਕੀਤਾ ਆਪਾਂ? ਹਾਂਜੀ ਠੀਕ ਹੈ ਜੀ, ਓਕੇ। ਸੈਕਿੰਡ ਪੁਆਇੰਟ ਬਹੁਤ ਵਧੀਆ। ਸਰ ਇੱਕ ਵਾਰੀ ਫਸਟ ਪੁਆਇੰਟ ਦਾ ਦੱਸਿਓ ਕੀ ਸੀ, ਉਹਦੀ ਹੈਡਲਾਈਨ ਆਪਾਂ ਕਿਵੇਂ ਕੀਤਾ ਸੀ ਸਟਾਰਟ? ਫਸਟ ਸੀਗਾ ਕਿ ਮਿਊਜ਼ਿਕ ਦੇ ਵਿੱਚ ਕਿਹੜਾ ਕੋਈ ਸਪੈਸੀਫਿਕ ਸੈਟ ਆਫ ਰੂਲਸ ਹੁੰਦੇ ਆ ਜਿਹੜਾ Okay, ਆਪਾਂ ਲਾ ਕੇ ਉਹਨੂੰ ਅੰਡਰਸਟੈਂਡ ਕਰ ਸਕਦੇ ਹਾਂ। ਹਾਂਜੀ ਹਾਂ ਠੀਕ ਹੈ ਸਰ। ਰਿਦਮ ਆ, ਇੱਕ ਰਿਦਮ ਲਈ ਕਿਹੜਾ ਆਪਾਂ ਨੂੰ ਰੂਲਸ ਸਿੱਖਣੇ ਪੈਂਦੇ ਦੁਨੀਆ 'ਚ। ਓਕੇ ਸਰ। ਸਮਝ ਗਏ? ਇਹ ਸਿੱਖਿਆ ਜੀ। ਹਾਂਜੀ ਲੱਗ ਗਿਆ ਪਤਾ ਹੀ ਸਾਰਿਆਂ ਨੂੰ? ਕਲੀਅਰ ਹੈ ਜੀ? ਹਾਂਜੀ 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 ਸਰ। ਕਿਹੜਾ ਲਿਖਣਾ ਚਾਹੋਗੇ ਹੁਣ? ਇਹਨਾਂ ਦੋਨਾਂ 'ਚ ਕੋਈ ਇੱਕ ਲਿਖ ਸਰ ਲਓਗੇ ਮੈਂ ਤੇ ਤਾਂ ਕੋਈ ਮਿਊਜ਼ਿਕ ਵਾਲਾ ਹੀ ਕਰੂੰਗੀ ਟਰਾਈ ਸਰ। ਬਾਕੀ ਸਟੂਡੈਂਟ ਜੀ ਟਾਪ ਕਿਹੜਾ ਹੈ ਟਰਾਈ ਸਰ। ਕਰਨਾ ਚਾਹੋਗੇ ਜੀ? ਮਿਊਜ਼ਿਕ ਮਿਊਜ਼ਿਕ ਵਾਲਾ ਕਰ ਲਿਓ, ਠੀਕ ਹੈ ਜੀ। ਵੈਸੇ ਮੈਂ ਅੱਜ ਕੋਈ ਹੋਰ ਸੋਚਿਆ ਸੀ, ਬਸ ਚਲੋ ਉਹਨੂੰ ਆਪਾਂ ਕੈਨਸਲ ਕਰ ਦਿੰਦੇ ਹਾਂ, ਆਪਾਂ ਕੱਲ ਨੂੰ ਕਰ ਲਾਂਗੇ। ਡੋਂਟ ਵਰੀ, ਹਾਂਜੀ ਠੀਕ ਸਰ। ਹੈ ਨਾ ਜੀ? ਸਰ ਤੇ ਕਈ ਇਹ ਵਾਰ ਨਾ ਚੀਜ਼- ਐਵੇਂ ਦੇ ਟੌਪਿਕ ਆਉਂਦੇ ਆ ਪੇਪਰ 'ਚ ਤੇ ਉਹਨਾਂ ਨੂੰ ਐਕਸਪਲੇਨ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਮੈਂ ਕਈ ਪੜ੍ਹੇ ਬਿਲਕੁਲ ਟੌਪਿਕ, ਹੁਣ ਤਾਂ ਬਹੁਤ ਬਿਲਕੁਲ ਔਖੇ ਆ ਰਹੇ ਰਾਈਟਿੰਗ ਜੀ, ਜਿਨ੍ਹਾਂ ਦੀ ਨਾ ਤਾਂ ਸਮਝ ਆਉਂਦੀ, ਪਹਿਲਾਂ ਤਾਂ ਸਟੇਟਮੈਂਟ ਹੀ ਬੜੀ ਔਖੀ ਸਮਝ ਆਉਂਦੀ ਹੈ, ਫਿਰ ਐਕਸਪਲੇਨ ਕਰਨ ਲਈ ਆਈਡੀਆਜ਼ ਨਹੀਂ ਹੁੰਦੇ। ਮਤਲਬ ਬਿਲਕੁਲ। ਜਿਹੜੇ